ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਵੰਗਾਰਿਆ ਤੇ ਸ਼ਾਹ ਜ਼ਮਾਨ ਉਸ ਤੋਂ ਬਾਅਦ ਹਿੰਦੁਸਤਾਨ ਚ ਆਉਣ ਦੀ ਹਿੰਮਤ ਨਹੀਂ ਕਰ ਸਕੇ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹੋਰ ਮਿਸਲਾਂ ਨੂੰ ਇਕੱਠਾ ਕੀਤਾ। ਉਹਨਾਂ ਮਿਸਲਾਂ ਨੂੰ ਇਕੱਠਾ ਕਰਨ ਦੇ ਵਿੱਚ ਉਸਨੇ ਮੈਟਰੀਮੋਨੀਅਲ ਅਲਾਈਅੰਸ ਦੀ ਵਰਤੋਂ ਵੀ ਕੀਤੀ ਹੈ ਤੇ ਬਰਦਰਹੁਡ ਦੀ ਵਰਤੋਂ ਵੀ ਕੀਤੀ ਹੈ। ਉਸਨੇ ਮਿਸਲਾਂ ਨੂੰ ਆਪਣੇ ਨੇੜੇ ਲਾਇਆ ਕਿ ਇੱਕ ਵੱਡੇ ਸਿੱਖ ਰਾਜ ਦੀ ਸਥਾਪਨਾ ਕੀਤੀ ਜਾ ਸਕੇ। ਉਸਨੇ ਨਕਈ ਮਿਸਰ ਦੇ ਸਰਦਾਰ ਗਿਆਨ ਸਿੰਘ ਦੀ ਭੈਣ ਰਾਜ ਕੌਰ ਦੇ ਨਾਲ ਦੂਸਰਾ ਵਿਆਹ ਕਰਾਇਆ, ਕਿਉਂਕਿ ਨਕਈ ਮਿਸਰ ਦੇ ਨਾਲ ਰਿਸ਼ਤਾ ਬਣ ਜਾਵੇ ਤੇ ਉਹ ਹਮੇਸ਼ਾ ਮੇਰੇ ਨਾਲ ਹੀ ਰਹੇ। ਇਸੇ ਤਰ੍ਹਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਖਾਨਦਾਨ ਦੇ ਵਿੱਚੋਂ ਸਰਦਾਰ ਨਿਹਾਲ ਸਿੰਘ, ਸਰਦਾਰ ਫਤਿਹ ਸਿੰਘ, ਉਹਨਾਂ ਦੇ ਨਾਲ ਪੱਕ-ਵੱਟ ਭਰਾ ਬਣ ਕੇ ਉਹਨਾਂ ਨੂੰ ਆਪਣਾ ਭਰਾ ਬਣਾ ਲਿਆ ਤੇ ਕਪੂਰਥਲਾ ਮਿਸਰ ਜਿਹੜੀ ਆਹਲੂਵਾਲੀਆ ਮਿਸਰ ਸੀ ਉਹ ਰਣਜੀਤ ਸਿੰਘ ਦੇ ਨਾਲ ਜੁੜ ਗਈ। ਜਦੋਂ ਇਹ ਕਾਫੀ ਸਾਰੀਆਂ ਮਿਸਰਾਂ ਜੁੜ ਗਈਆਂ, ਇੱਕ ਰਹਿ ਗਈ ਭੰਗੀ ਮਿਸਰ, ਜਿਹੜਾ ਸ੍ਰੀ ਅੰਮ੍ਰਿਤਸਰ ਦਾ ਇਲਾਕਾ ਉਹ ਭੰਗੀ ਮਿਸਰ ਦੇ ਕੋਲ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਜਗ੍ਹਾ ਨੂੰ ਘੇਰਾ ਪਾ ਲਿਆ। ਔਰ ਤੁਸੀਂ ਇੱਕ ਗੱਲ ਵੇਖੋ, ਰਣਜੀਤ ਸਿੰਘ ਨੇ ਉਸ ਜਗ੍ਹਾ ਦੇ ਉੱਪਰ ਕਈ ਮਹੀਨੇ ਘੇਰਾ ਰੱਖਿਆ ਪਰ ਹਮਲਾ ਨਹੀਂ ਕੀਤਾ। ਹਰਿਮੰਦਰ ਸਾਹਿਬ ਹਮਲਾ ਨਹੀਂ ਕੀਤਾ। ਅਖੀਰ ਜਦੋਂ ਗੁਲਾਬ ਸਿੰਘ ਭੰਗੀ, ਜਿਸ ਦੀ ਮੌਤ ਹੋ ਚੁੱਕੀ ਸੀ, ਉਸ ਦੀ ਪਤਨੀ ਬੀਬੀ ਸੁੱਖੋ ਜਿਹੜੀ ਰਾਜ ਕਰ ਰਹੀ ਸੀ, ਉਸਨੇ ਮੀਡੀਏਟਰ ਪਾਇਆ ਅਕਾਲੀ ਫੂਲਾ ਸਿੰਘ ਹੋਣਾ ਨੂੰ, ਤੇ ਅਕਾਲੀ ਫੂਲਾ ਸਿੰਘ ਨੇ ਰਣਜੀਤ ਸਿੰਘ ਦੀ ਭੰਗੀ ਮਿਸਰ ਦੇ ਨਾਲ ਸੰਧੀ ਕਰਾਈ ਤੇ ਰਣਜੀਤ ਸਿੰਘ ਦੇ ਅਧੀਨ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਇਲਾਕਾ ਵੀ ਆ ਗਿਆ। ਕਿੰਨੀ ਜ਼ਿਆਦਾ ਨੀਤੀ ਦੇ ਨਾਲ ਰਣਜੀਤ ਸਿੰਘ ਨੇ ਇਹਨਾਂ ਸਾਰੇ ਰਾਜਿਆਂ ਨੂੰ, ਰਜਵਾੜਿਆਂ ਨੂੰ, ਮਿਸਰਾਂ ਨੂੰ ਆਪਣੇ ਅਧੀਨ ਲਿਆ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ। ਔਰ ਇੱਕ ਵਿਸਾਖ 1801 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਸਿੱਖਾਂ ਦੇ ਬਾਦਸ਼ਾਹ ਦੀ ਉਪਾਧੀ ਧਾਰਨ ਕੀਤੀ। ਜਦੋਂ ਉਪਾਧੀ ਧਾਰਨ ਕੀਤੀ ਤੇ ਉਹਨਾਂ ਨੂੰ ਉਸ ਰਾਜ ਦੀ ਜਿਹੜੀ ਵਿਸਤਾਰਬੰਦੀ ਸੀ ਉਹ ਸਾਹਿਬ ਸਿੰਘ ਪੁੰਨੇ ਵਾਲਿਆਂ ਨੇ ਕੀਤੀ। ਰਾਜ ਦੇ ਵਿੱਚ ਬੜੇ ਕਵੀ ਬੈਠੇ ਸੀ, ਕਿਉਂਕਿ ਹੁਣ ਰਾਜਾ ਬਣ ਗਿਆ ਸੀ, ਸਿੱਖਾਂ ਜਾਰੀ ਕਰਨਾ ਸੀ। ਬੜੇ ਕਵੀ ਬੈਠੇ ਸੀ। ਉਹਨਾਂ ਨੇ ਰਣਜੀਤ ਸਿੰਘ ਦੀ ਤਾਰੀਖ ਦੇ ਵਿੱਚ ਬੜੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਕਿ ਸਿੱਕੇ ਦੇ ਉੱਪਰ ਆਹ ਨਾਮ ਲਿਖਿਆ ਜਾਵੇ, ਸਿੱਕੇ ਦੇ ਉੱਪਰ ਰਣਜੀਤ ਸਿੰਘ ਦਾ ਨਾਮ ਹੋਵੇ, ਸਿੱਕੇ ਦੇ ਉੱਪਰ ਰਣਜੀਤ ਸਿੰਘ ਦੇ ਬਾਪ ਦਾ ਨਾਮ ਹੋਵੇ। ਜਿੰਨੀਆਂ ਵੀ ਉਸ ਨੇ ਕਵਿਤਾਵਾਂ ਪੜ੍ਹ ਕੇ ਸੁਣਾਈਆਂ, ਰਣਜੀਤ ਸਿੰਘ ਨੇ ਸਾਰੀਆਂ ਪਾੜ ਕੇ ਸੁਣ ਦਿੱਤੀਆਂ। ਉਹਨੇ ਕਿਹਾ ਇਹ ਰਾਜ ਮੇਰਾ ਹੈ ਹੀ ਨਹੀਂ, ਨਾ ਮੈਨੂੰ ਬਾਦਸ਼ਾਹ ਕਿਹਾ ਜਾਵੇ, ਮੈਨੂੰ ਤਾਂ ਕੇਵਲ ਤੇ ਕੇਵਲ ਰਣਜੀਤ ਸਿੰਘ ਕਿਹਾ ਜਾਵੇ। ਇਹ ਰਾਜ ਗੁਰੂ ਨਾਨਕ ਦਾ ਹੈ ਔਰ ਇਸ ਸਿੱਕੇ ਦੇ ਉੱਪਰ ਉਹੀ ਇਬਾਰਤ ਉਕਰੀ ਜਾਵੇਗੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਕਰੀ ਸੀ। ਇਸ ਕਰਕੇ ਜਿਹੜਾ ਸਿੱਕਾ ਰਣਜੀਤ ਸਿੰਘ ਨੇ ਇੱਕ ਵਿਸਾਖ ਜਿਹੜਾ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਦਿਹਾੜਾ ਸੀ, ਇਹ ਵੱਖਰੀ ਗੱਲ ਹੈ, ਹੁਣ ਅਸੀਂ ਕੱਤਕ ਦੇ ਵਿੱਚ ਮਨਾਉਣ ਲੱਗੇ ਹਾਂ, ਪਰ ਸਾਡੇ ਸਾਰੇ ਸਰੋਤਾਂ ਦੇ ਵਿੱਚ ਵਿਸਾਖ ਦੀ ਗੱਲ ਹੁੰਦੀ ਹੈ। ਇੱਕ ਵਿਸਾਖ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦਿਹਾੜੇ ਦੇ ਉੱਪਰ ਜਿਹੜਾ ਰਣਜੀਤ ਸਿੰਘ ਨੇ ਸਿੱਕਾ ਜਾਰੀ ਕੀਤਾ, ਉਹਦੇ ਉੱਪਰ ਉਹੀ ਸ਼ਬਦਾਵਲੀ ਲਿਖੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ਦੀ ਸ਼ਬਦਾਵਲੀ ਸੀ। ਉੱਪਰ ਆਕਾਰ ਸਹਾਏ ਲਿਖਣ ਤੋਂ ਬਾਅਦ ਥੱਲੇ ਲਿਖਿਆ ਤੇਗੋ ਫਤਿਹ ਨੁਸਰਤ ਦੇ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇਹ ਜਿਹੜੀ ਐਵਰ ਐਕਸਪੈਂਡਿੰਗ ਪ੍ਰੋਸਪੈਰਿਟੀ ਹੈ, ਨੁਸਰਤ ਦੇ ਰੰਗ, ਇਹ ਜਿਹੜਾ ਜਿੱਤਾਂ ਦਾ ਸਿਲਸਿਲਾ ਹੈ, ਇਹ ਰਣਜੀਤ ਸਿੰਘ ਦਾ ਨਹੀਂ ਹੈ, ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਰਣਜੀਤ ਸਿੰਘ ਨੇ ਉਹ ਸਿੱਕਾ ਜਾਰੀ ਕੀਤਾ। ਰਣਜੀਤ ਸਿੰਘ ਨੇ ਆਪਣੇ ਰਾਜ ਦੀ ਹੱਦਾਂ ਦਾ ਵਿਸਥਾਰ ਕੀਤਾ। ਅੱਜ ਜਦੋਂ ਕੋਈ ਵੀ ਸਿੱਖ ਇੰਗਲੈਂਡ ਦੇ ਵਿੱਚ ਜਾਂਦਾ ਹੈ, ਉਹਦੇ ਮਨ ਦੇ ਵਿੱਚ ਇੱਕ ਕਿਤੇ ਨਾ ਕਿਤੇ ਤਾਂਘ ਹੁੰਦੀ ਹੈ ਕਿ ਮੈਂ ਕੋਹਿਨੂਰ ਨੂੰ ਤਾਂ ਵੇਖਾਂ। ਉਹ ਕਿਹੜਾ ਕੋਹਿਨੂਰ ਸੀ ਜਿਹੜਾ ਕਦੀ ਰਣਜੀਤ ਸਿੰਘ ਦੀ ਬਾਹ ਦੇ ਉੱਪਰ ਬੱਚਾ ਹੁੰਦਾ ਸੀ? ਉਹ ਕਿਹੜਾ ਕੋਹਿਨੂਰ ਸੀ ਜਿਹੜਾ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਸੀ? ਰਣਜੀਤ ਸਿੰਘ ਨੇ ਆਪਣੀ ਜ਼ਿੰਦਗੀ 'ਚ ਦੋ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ ਪ੍ਰਾਪਤ ਕੀਤੀਆਂ ਨੇ, ਇੱਕ ਉਸਨੇ ਨੀਤੀ ਦੇ ਨਾਲ, ਦੂਜੀ ਪੈਸੇ ਦੇ ਨਾਲ। ਇੱਕ ਦਾ ਮੈਂ ਜ਼ਿਕਰ ਕਰਦਾ ਹਾਂ ਕੋਹਿਨੂਰ ਦਾ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋਈ, ਉਸ ਦਾ ਵਾਰਿਸ ਤੈਮੂਰ ਸ਼ਾਹ ਜ਼ਿਆਦਾ ਕਾਬਲ ਨਹੀਂ ਸੀ। ਤੈਮੂਰ ਸ਼ਾਹ ਤੋਂ ਬਾਅਦ ਫਤਿਹ ਸ਼ਾਹ ਦੇ ਕੋਲ ਰਾਜ ਆਇਆ ਤੇ ਉੱਥੋਂ ਦਾ ਇੱਕ ਹੋਰ ਫੌਜਦਾਰ ਸ਼ਾਹ ਸੁਜਾ ਸੀ ਜਿਸ ਦੇ ਕੋਲ ਕੋਹਿਨੂਰ ਹੀਰਾ ਸੀ। ਨਾਦਰ ਸ਼ਾਹ ਤੋਂ ਇਹ ਚੱਲਦਾ ਹੀਰਾ ਸ਼ਾਹ ਸੁਜਾ ਦੇ ਕੋਲ ਆਇਆ। ਸ਼ਾਹ ਸੁਜਾ ਦੇ ਕੋਲੋਂ ਫਤਿਹ ਸ਼ਾਹ ਨੇ ਮੰਗਿਆ ਤੇ ਸ਼ਾਹ ਸੁਜਾ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਾਹ ਸੁਜਾ ਨੂੰ ਇਹ ਪਤਾ ਲੱਗਾ
कि मेरे तो फौजी ताकत दे विच फतेह शाह बहुत तगड़ा है, ये मैनू हरा के मेरे को हीरा हो सकता है। वो इस इलाके वाल भज आया ते श्रीनगर के राजे अता मुहम्मद के कोल आके उसने पनाह ले ली। उसकी पत्नी वफा बेगम वो लाहौर आई, लाहौर आके फकीर अजीजुद्दीन को मिली ते अजीजुद्दीन को आके कहती है कि मेरा घर वाला शाह सजा कभी सिखा का बैरी सी, अहमद शाह अब्दाली के नाम आया करता सी। मेरा घर वाला शाह सजा श्रीनगर के शेरगढ़ी किले दे विच कैद है अता मुहम्मद दे कोल, जेकर तुसी मेरे पति को आजाद करा दिओ ते मैं तुहानू ओहदे इवज दे विच एक कोहे नूर हीरा दे दिआं। शेरे पंजाब महाराजा रणजीत सिंह मैदानी इलाकिਆਂ ਵਿੱਚ ਤਾਂ बहुत जितना हासिल कीतियां जा चुकियां सी, पर श्रीनगर पहाड़ी इलाका सी। ਉਹਦੇ ਵਾਸਤੇ रणजीत सिंह ਦੀ ਨੀਤੀ ਵੇਖੋ, ਇੱਕ ਪਾਸੇ ਤਾਂ ਫਤਿਹ ਸ਼ਾਹ ਚਾਹੁੰਦਾ ਹੈ कि श्रीनगर ਦੇ ਵਿੱਚ ਸ਼ਾਹ ਸਜਾਦ ਨੂੰ ਮੈਂ ਗ੍ਰਿਫਤਾਰ ਕਰਾਂ, ਇੱਕ ਪਾਸੇ रणजीत सिंह ਚਾਹੁੰਦਾ ਹੈ ਕਿ ਸ਼ਾਹ ਸਜਾਦ ਨੂੰ ਗ੍ਰਿਫਤਾਰ ਕਰਕੇ ਵਫਾ ਬੇਗਮ ਦੇ ਕੋਲੋਂ ਹੀਰਾ ਲਿਆ ਜਾਵੇ। ਸ਼ੇਰ ਪੰਜਾਬ ਮਹਾਰਾਜਾ रणजीत सिंह फतेह शाह ਨੂੰ ਮਿਲਿਆ ਮੁਲਤਾਨ ਦੇ ਕਿਲੇ ਦੇ ਵਿੱਚ। एक सिख ने राज भी प्रगट किया, कहता कि वो साडा दुश्मन, ਅਸੀਂ ਉਸ ਦੇ ਨਾਲ ਕਿਉਂ ਵਾਰਤਾਲਾਪ ਕਰ ਰਹੇ ਹਾਂ। ਹੁਣ ਸ਼ੇਰੇ ਪੰਜਾਬ ਦੀ ਨੀਤੀ ਵੇਖੋ, ਕਹਿੰਦਾ ਦਰਅਸਲ ਮੈਂ ਨਾ ਉਸ ਦੇ ਨਾਲ ਕੋਈ ਸੰਧੀ ਕਰ ਰਿਹਾ ਹਾਂ ਨਾ ਸਮਝੌਤਾ ਕਰ ਰਿਹਾ ਹਾਂ, ਪਰ ਮੇਰੀ ਜਿਹੜੀ ਫੌਜ ਹੈ ਨਾ ਉਹ ਮੈਦਾਨੀ ਇਲਾਕੇ ਦੇ ਵਿੱਚ ਲੜਨ ਵਾਲੀ ਹੈ ਤੇ ਜਿਹੜੀ ਫਤਿਹ ਸ਼ਾਹ ਦੀ ਫੌਜ ਹੈ ਉਹ ਸ਼੍ਰੀਨਗਰ ਦੇ ਇਲਾਕੇ ਨੂੰ ਜਾਣਦੀ ਹੈ। ਇਸ ਕਰਕੇ ਪਹਿਲਾ ਹਮਲਾ ਅਸੀਂ ਉਹਦੀ ਮਦਦ ਦੇ ਨਾਲ ਕਰੀਏ ਕਿਉਂਕਿ ਉਸ ਨੂੰ ਰਸਤਿਆਂ ਦਾ ਪਤਾ ਹੈ, ਉਸ ਤੋਂ ਬਾਅਦ ਅਸੀਂ ਆਪੇ ਕਬਜ਼ਾ ਕਰ ਲਵਾਂਗੇ। ਇੱਕ ਵਾਰੀ ਸਾਨੂੰ ਉਹਦੀ ਇਸ ਨੀਤੀ ਜਿਹੜੀ ਹੈ ਉਹਦੇ ਰਾਹੀਂ ਰਸਤਿਆਂ ਦਾ ਪਤਾ ਕਰ ਲੈਣਾ ਚਾਹੀਦਾ। ਸੋ ਸ਼ੇਰੇ ਪੰਜਾਬ ਨੇ ਪਹਿਲਾ ਹਮਲਾ ਫਤਿਹ ਸ਼ਾਹ ਦੇ ਨਾਲ ਕੀਤਾ श्रीनगर ਦੇ ਉੱਪਰ। श्रीनगर ਦੇ ਉੱਪਰ ਹਮਲਾ ਕੀਤਾ, ਤਕਰੀਬਨ 450 ਸਿੱਖ ਸ਼ਹੀਦ ਹੋਏ। ਸ਼ੇਰਗੜ੍ਹੀ ਦੇ ਵਿੱਚੋਂ ਜਿਹੜਾ ਸ਼ਾਹ ਸਜਾ ਸੀ ਉਸ ਨੂੰ ਮੋਹਕਮ ਚੰਦ ਦੇ ਆਪਣੇ ਕਬਜ਼ੇ 'ਚ ਲੈ ਲਿਆ ਤੇ ਉਹਨੂੰ ਫਤਿਹ ਚੰਦ ਵੀ ਚਾਹੁੰਦਾ ਸੀ, ਫਤਿਹ ਸ਼ਾਹ ਸੀ ਕਿ ਮੈਂ ਆਪਣੇ ਕਬਜ਼ੇ 'ਚ ਰਵਾਂ, ਪਰ ਉਸੇ ਵੇਲੇ ਸ਼ਾਹ ਸਜਾਨ ਨੂੰ ਉਸ ਦੇ ਜੇਲ੍ਹ ਖਾਨੇ ਦੇ ਵਿੱਚੋਂ ਮੁਕਤ ਕਰਾ ਕੇ ਉਸ ਨੂੰ ਲਾਹੌਰ ਭੇਜ ਦਿੱਤਾ ਗਿਆ। श्रीनगर शहर के ऊपर ਇਹ ਸਾਂਝਾ ਕਬਜ਼ਾ ਹੋ ਗਿਆ। ਅਤਾ ਮੁਹੰਮਦ ਜਿਹੜਾ ਸੀ ਉਹ ਸ਼ਹਿਰ ਨੂੰ ਛੱਡ ਕੇ ਭੱਜ ਗਿਆ। ਹੁਣ ਉੱਥੇ ਰਣਜੀਤ ਸਿੰਘ ਦੀਆਂ ਫੌਜਾਂ ਵੀ ਨਹੀਂ, ਉੱਥੇ ਫਤਿਹ ਸ਼ਾਹ ਦੀਆਂ ਫੌਜਾਂ ਵੀ ਨਹੀਂ। ਫਤਿਹ ਸ਼ਾਹ ਨੇ ਉਸ ਵੇਲੇ रणजीत सिंह ਦੇ ਕੋਲੋਂ ਸ਼ਾਹ ਸਜਾ ਮੰਗਿਆ, रणजीत सिंह ਦੇ ਸਾਥੀਆਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਫਤਿਹ ਸ਼ਾਹ ਵਾਪਸ ਚਲਾ ਗਿਆ ਤੇ ਵਾਪਸ ਜਾਂਦਿਆਂ रणजीत सिंह ਨੂੰ ਇਹ ਪਤਾ ਲੱਗਿਆ ਕਿ ਹੁਣ ਫਤਿਹ ਸ਼ਾਹ ਸਾਡੇ ਨਾਲ ਜੰਗ ਜ਼ਰੂਰ ਕਰੇਗਾ। ਰਸਤੇ ਦੇ ਵਿੱਚ ਕਿਲਾ ਅਟਕ ਆਉਂਦਾ ਸੀ, ਸ਼ੇਰੇ ਪੰਜਾਬ ਦੀਆਂ ਫੌਜਾਂ ਨੇ ਜਾ ਕੇ ਅਟਕ ਦੇ ਕਿਲੇ ਦੇ ਕੋਲ ਫਤਿਹ ਸ਼ਾਹ ਨੇ ਉੱਪਰ ਹਮਲਾ ਕੀਤਾ ਤੇ ਫਤਿਹ ਸ਼ਾਹ ਵੀ ਐਸਾ ਵਾਪਸ ਗਿਆ ਦੁਬਾਰਾ ਹਿੰਦੁਸਤਾਨ ਦੀ ਧਰਤੀ ਵੱਲ ਗਿਆ। ਹੁਣ ਸ਼ਾਹ ਸਜਾ ਲਾਹੌਰ ਆ ਗਿਆ। रणजीत सिंह ने दरबार ਦੇ ਵਿੱਚ ਬੁਲਾਇਆ ਕਿ ਆਪਣੇ ਕੀਤੇ ਹੋਏ ਇਕਰਾਰ ਦੇ ਅਨੁਸਾਰ ਹੁਣ ਤੁਸੀਂ ਮੈਨੂੰ ਕੋਹੇ ਨੂਰ ਹੀਰਾ ਦੇ ਦਿਓ। ਦੇਣ ਨੂੰ ਦਿਲ ਨਹੀਂ ਸੀ ਕਰਦਾ, ਇਨਕਾਰ ਕਰ ਦਿੱਤਾ। ਇਹਦਾ ਹੀਰਾ ਤਾਂ ਮੇਰੇ ਕੋਲ ਹੈ ਹੀ ਨਹੀਂ। ਹੁਣ रणजीत सिंह ਕਿੰਨਾ ਨੀਤੀਵਾਨ ਜਰਨੈਲ ਸੀ, ਕਿਵੇਂ ਦਾ ਬਾਦਸ਼ਾਹ ਸੀ। रणजीत सिंह ਨੇ ਤਾਂ ਕੋਈ ਗੱਲ ਨਹੀਂ, रणजीत सिंह ਨੇ ਜਿੱਥੇ ਉਸ ਨੂੰ ਰੱਖਿਆ ਹੋਇਆ ਸੀ ਉਹਦੇ ਸਾਰੇ ਘਰ ਦੇ ਉੱਪਰ ਗੁਪਤ ਪਹਿਰਾ ਲਾ ਦਿੱਤਾ ਤੇ ਗੁਪਤ ਪਹਿਰੇ ਦੇ ਦੌਰਾਨ ਉਸ ਦੀਆਂ ਫਾਰਸੀ ਦੇ ਵਿੱਚ ਲਿਖੀਆਂ ਕੁਝ ਚਿੱਠੀਆਂ ਜਿਹੜੀਆਂ ਸੀ ਉਹ ਫੜੀਆਂ ਗਈਆਂ, ਜਿਹੜੀਆਂ ਉਸਨੇ ਫਤਿਹ ਖਾਨ ਨੂੰ ਲਿਖੀਆਂ ਸੀ ਕਿ ਅਸੀਂ ਦੋਵੇਂ ਮੁਸਲਮਾਨ ਭਰਾ ਹਾਂ, ਅਸੀਂ ਆਪਸ ਦੇ ਵਿੱਚ ਸਮਝੌਤਾ ਕਰ ਲਈਏ, ਉਹੇ ਨੂੰ ਹੀਰਾ ਅਸੀਂ ਸਾਂਝਾ ਰੱਖ ਲਵਾਂਗੇ, ਮੈਨੂੰ ਕਿਸੇ ਤਰ੍ਹਾਂ रणजीत सिंह ਨੂੰ ਬਚਾ ਲਾ। ਜਦੋਂ रणजीत सिंह ਨੂੰ ਇਸ ਗੱਲ ਦਾ ਪਤਾ ਲੱਗਾ ਫਿਰ रणजीत सिंह ਨੇ ਸ਼ਾਹ ਸਜਾਨ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਕਿਹਾ, ਆਹ ਦੇਖ ਆਪਣੀਆਂ ਚਿੱਠੀਆਂ, ਤੈਨੂੰ ਮੈਂ ਛਡਾਇਆ, ਤੈਨੂੰ ਮੈਂ ਪਨਾਹ ਦਿੱਤੀ, ਤੇਰੀ ਮੈਂ ਜਾਨ ਬਚਾਈ, ਤੂੰ ਮੇਰੇ ਨਾਲ ਧੋਖਾ ਕਰ ਰਿਹਾ। ਹੁਣ ਜਾਂ ਤਾਂ ਤੈਨੂੰ ਹਮੇਸ਼ਾ ਦੀ ਬੰਦੀ ਖਾਨੇ ਵਿੱਚ ਪਾ ਦਿੱਤਾ ਜਾਵੇਗਾ ਤੇ ਜਾਂ ਫਿਰ ਕੋਹੇ ਨੂਰ ਹੀਰਾ ਦੇ ਦੇ। ਉਸ ਦਿਨ ਵਫਾ ਬੇਗਮ ਨੇ ਤੇ ਸ਼ਾਹ ਸਜਾ ਨੇ ਉਹ ਕੋਹੇ ਨੂਰ ਹੀਰਾ ਸ਼ੇਰੇ ਪੰਜਾਬ ਮਹਾਰਾਜਾ रणजीत सिंह ਨੂੰ ਸੌਂਪਿਆ, ਜਿਹੜਾ ਦਲੀਪ ਸਿੰਘ ਦੀ 5 ਸਾਲ ਦੀ ਉਮਰ ਸੀ ਜਦੋਂ ਬ੍ਰਿਟਿਸ਼ ਗਵਰਨਮੈਂਟ ਲੈ ਗਈ ਤੇ ਜਿਹਦੇ ਅੱਜ ਟੁਕੜੇ ਕਰਕੇ ਇੰਗਲੈਂਡ ਦੀ ਮਹਾਰਾਣੀ ਦੇ ਤਖਤ ਤੇ ਉਸਤਾਦ ਦੇ ਵਿੱਚ ਸਜਾਇਆ ਗਿਆ। ਉਹ ਕੋਹੇ ਨੂਰ ਹੀਰਾ रणजीत सिंह ਦੇ ਕੋਲ ਇਸ ਤਰ੍ਹਾਂ ਆਇਆ ਜਿਹੜਾ ਉਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਗਿਣਿਆ ਜਾਂਦਾ ਹੈ।